ਆਪਾਂ ਦੂਜੇ ਦੌਰ 'ਚ ਦਾਖਲ ਹੁੰਨੇ ਆ। ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਸਾਡਾ ਪਾਣੀਆਂ ਦਾ ਮਾਮਲਾ, ਭਾਵੇਂ ਉਹ SYL ਦਾ ਤੇ ਭਾਵੇਂ ਸਾਡੇ ਧਰਤੀ ਦੇ ਥੱਲੇ ਦੇ ਪਾਣੀ ਦਾ, ਸਾਡੇ ਦਰਿਆਵਾਂ ਤੋਂ ਲੈ ਕੇ ਸਾਡੀਆਂ ਕੱਸੀਆਂ ਸੂਏ ਜਿਹੜੇ ਸੀ ਔਰ ਖਾਲ ਪਿੰਡਾਂ ਦੇ ਵਿੱਚ ਚੱਲਦੇ ਸੀਗੇ, ਉਹ ਹੁਣ ਰਹੇ ਨਹੀਂ, ਉਹ ਆਪਣਾ ਦਮ ਤੋੜ ਚੁੱਕਿਆ। ਮੈਨੂੰ ਲੱਗਦਾ ਇਸ ਫੈਸਲੇ ਤੋਂ ਬਾਅਦ ਹੌਲੀ ਹੌਲੀ ਪੰਜਾਬ ਦੇ ਲੋਕਾਂ ਨੂੰ ਨਹਿਰੀ ਸਿਸਟਮ ਤੇ ਭਰੋਸਾ ਕਰਨਾ ਚਾਹੀਦਾ ਹੈ। ਇੱਕ ਵਾਰੀ ਫਿਰ ਉਹ ਖਾਲ ਲੈਣੇ ਚਾਹੀਦੇ ਆ, ਇੱਕ ਵਾਰੀ ਫਿਰ ਕਈ ਮੋਢੇ ਤੇ ਰੱਖ ਲੈਣੀ ਚਾਹੀਦੀ ਹੈ, ਤਾਂ ਹੀ ਬਚਾਂਗੇ। ਪਾਣੀ ਤੋਂ ਬਿਨਾਂ ਜ਼ਿੰਦਗੀ ਕਿੱਥੇ ਆ। ਪੰਜਾਬ ਸਰਕਾਰ ਨੇ ਜਿਹੜਾ ਇੰਡਸਟਰੀ ਦੇ ਉੱਤੇ ਇਹ ਫੈਸਲਾ ਲਿਆ, ਇਹਨੂੰ ਕਿਵੇਂ ਦੇਖ ਰਹੇ ਹੋ? ਇਹ ਜ਼ਰੂਰ ਥੋੜੀ ਜਿਹੀ ਵਿਆਖਿਆ ਕਰ ਦਿਓ ਕਿ ਆਖਰ ਸਰਕਾਰ ਚਾਹੁੰਦੀ ਕੀ ਪਈ ਆ, ਕਿੰਨਾ ਪਾਣੀ ਕੱਢ ਸਕਦੇ ਆ, ਕੀ ਉਹਦੀ ਕੀਮਤ ਹੋਏਗੀ, ਔਰ ਫਿਰ ਅਸੀਂ ਉਹਨੂੰ ਸੰਜਮ ਨਾਲ ਵਰਤਾਂਗੇ। ਫਿਰ ਉਂਝ ਤਾਂ ਕੁਝ ਲੋਕ ਇਹ ਵੀ ਕਹਿਣਗੇ ਕਿ ਹੁਣ ਤਾਂ ਪਾਣੀ ਤੇ ਲੱਗੇ ਹੋ ਲਾਉਣ, ਕੱਲ ਨੂੰ ਪੀਣ ਵਾਲੇ ਤੇ ਵੀ ਲਾਓਗੇ, ਖੇਤੀ ਵਾਲੇ ਤੇ ਵੀ ਲਾਓਗੇ, ਫਿਰ ਕਹੋਗੇ ਕੱਲ ਨੂੰ ਆਕਸੀਜਨ ਸਾਹ ਲੈਣ ਤੇ ਵੀ ਲਾ ਦਿਓ ਜੀ ਮਾੜਾ ਮੋਟਾ ਕੋਈ ਟੈਕਸ। ਇਹ ਸਾਰੀਆਂ ਗੱਲਾਂ ਦੋ ਤਰ੍ਹਾਂ ਚੱਲਦੀਆਂ, ਇੱਕ ਤਾਂ ਫਾਇਦਾ ਇਸ ਸੁਸਾਇਟੀ ਦਾ, ਲੋਕਾਂ ਦਾ, ਲੋਕਾਈ ਦਾ, ਤੇ ਦੂਜੇ ਬੰਨੇ ਕਿ ਸਰਕਾਰ ਕਿਉਂਕਿ ਰੇਤਾ ਵੀ ਕਦੇ ਰੇੜੇ ਤੇ ਭਰ ਕੇ ਲੈ ਆਈਦਾ ਸੀ ਤੇ ਅੱਜ ਕੱਲ ਉਹ ਵਪਾਰ ਬਣ ਗਿਆ, ਕਿਤੇ ਇਹ ਨਾ ਹੋਵੇ ਕਿ ਅਸੀਂ ਸਾਰਾ ਕੁਝ ਹੀ ਪੇਮੈਂਟ ਕਰਕੇ ਚੱਲੀਏ। ਦੇਖੋ ਰੰਧਾਵਾ ਸਾਹਿਬ, ਇਸ ਇਸ਼ੂ ਦੇ ਦੋ ਪਹਿਲੂ ਹੈਗੇ ਹੈ ਜੋ ਮੈਨੂੰ ਮਤਲਬ ਸਮਝ ਆਉਂਦੇ ਹੈਗੇ ਆ। ਇੱਕ ਤਾਂ ਸਾਨੂੰ ਹਜੇ ਤੱਕ ਪੰਜਾਬ ਦੇ ਫਾਰਮਰਸ ਨੂੰ ਜਾਂ ਕੋਈ ਵੀ ਜਿਹੜੇ ਪੰਜਾਬ ਦੇ ਲੋਕ ਹੈਗੇ ਆ, ਉਹਨਾਂ ਨੂੰ ਪਾਣੀ ਦੀ ਕੀਮਤ ਦਾ ਕੋਈ ਅੰਦਾਜ਼ਾ ਨਹੀਂ ਹੋ ਰਿਹਾ ਹੈਗਾ ਕਿ ਪਾਣੀ ਦੀ ਵੈਲਿਊ ਕੀ ਹੈ। ਤੁਸੀਂ ਜਿਵੇਂ ਕਿਹਾ, ਤੁਸੀਂ ਇੱਕ ਪਾਸੇ ਕਹੀ ਆ ਰਹੇ ਹੋ ਕਿ ਸਾਡੇ ਕੋਲ ਪਾਣੀ ਦੀ ਕਮੀ, ਅਸੀਂ ਇੱਕ ਬੂੰਦ ਵੀ ਦੂਜੇ ਰਾਜਾਂ ਨੂੰ ਨਹੀਂ ਦੇਵਾਂਗੇ, ਪਰ ਦੂਜੇ ਪਾਸੇ ਤੁਸੀਂ ਆਪਣਾ ਪਾਣੀ ਥੱਲੜਾ ਕੱਢ ਕੇ ਪੈਡੀ ਦੇ ਵਿੱਚ ਪੈਕ ਕਰਕੇ ਤੁਸੀਂ ਦੂਜੀਆਂ ਸਟੇਟਾਂ ਨੂੰ ਦਿੰਦੇ ਹੋ, ਜਦਕਿ ਤੁਸੀਂ ਪੈਡੀ ਖੁਦ ਕੋਈ ਤੁਹਾਡੀ ਇੱਥੇ ਵਰਤੋਂ 'ਚ ਨਹੀਂ ਆਉਂਦੀ। ਕਾਫੀ ਟਾਈਮ ਤੋਂ ਪਾਣੀ ਦਾ ਜਿਹੜਾ ਖਾਸ ਤੌਰ ਤੇ ਗਰਾਊਂਡ ਵਾਟਰ ਦਾ ਇਸ਼ੂ ਬਣਿਆ ਹੋਇਆ ਸੀ। ਤੁਹਾਨੂੰ ਯਾਦ ਹੋਊਗਾ 2017 ਦੇ ਵਿੱਚ ਜਿਹੜੇ ਗਰਾਊਂਡ ਵਾਟਰ ਦੇ ਡਾਇਰੈਕਟਰ ਸੀਗੇ ਅਰੁਣਜੀਤ ਮਿਗਲਾਨੀ, ਉਹਨਾਂ ਨੇ ਪੂਰੀ ਕੈਬਨਿਟ ਨੂੰ ਇੱਕ ਪ੍ਰੈਜੈਂਟੇਸ਼ਨ ਦਿੱਤੀ ਸੀ ਵੀ ਪੰਜਾਬ ਦੀ ਹਾਲਤ ਕੀ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਪਾਣੀ ਬਚਾਓ ਵਾਲਾ ਇੱਕ ਲਗਾਇਆ ਸੀ ਵੀ ਅਸੀਂ ਸਬਸਿਡੀ ਡਾਇਰੈਕਟ ਤੁਹਾਨੂੰ ਦੇ ਦਿੰਦੇ ਹਾਂ ਸਾਰੀ ਦੀ ਸਾਰੀ, ਪਰ ਤੁਹਾਡੇ ਤੇ ਬਿੱਲ ਚਾਰजेस ਕਰਾਂਗੇ, ਫਿਰ ਤੁਸੀਂ ਪਾਣੀ ਨੂੰ ਜਿਵੇਂ ਮਰਜ਼ੀ ਯੂਜ਼ ਕਰੋ। ਉਦੋਂ ਹੀ ਇਹ ਪ੍ਰੈਜੈਂਟੇਸ਼ਨ ਇਹ ਵੀ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਵੀ ਇੱਕ ਗਰਾਊਂਡ ਵਾਟਰ ਅਥਾਰਟੀ ਬਣਾਉਣੀ ਚਾਹੀਦੀ ਹੈ। ਹਜੇ ਤੱਕ ਸਾਰੀ ਜਿੰਨੀ ਵੀ ਕਿਸੇ ਨੇ ਨਵਾਂ ਯੂਨਿਟ ਲਗਾਉਣਾ, ਫੋਰ ਐਗਜ਼ਾਮਪਲ ਇੰਡਸਟਰੀ ਦਾ ਕੋਈ ਨਵਾਂ ਯੂਨਿਟ ਲਗਾਉਣਾ ਹੈ, ਤਾਂ ਉਹ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਤੋਂ ਉਹਦੀ ਮਨਜ਼ੂਰੀ ਲੈਣੀ ਪੈਂਦੀ ਸੀਗੀ। ਤਾਂ ਗਵਰਨਮੈਂਟ ਆਫ ਇੰਡੀਆ ਨੇ ਵੀ ਕਿਹਾ ਵੀ ਇਹ ਅਸੀਂ ਮਤਲਬ ਸਟੇਟਾਂ ਨੂੰ ਰਾਈਟ ਦੇ ਦਿੰਦੇ ਹਾਂ, ਤੁਸੀਂ ਸਟੇਟਸ ਹੀ ਫੈਸਲਾ ਕਰ ਲਓ ਇਹਦੇ ਤੇ। ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 50,000 ਕਰੋੜ ਤੋਂ ਉੱਪਰ ਦੇ ਜਿਹੜੇ ਪ੍ਰੋਜੈਕਟਸ ਨੇ, ਉਹ ਸਿਰਫ ਇਸ ਕਰਕੇ ਖੜੇ ਨੇ ਜਾਂ ਉਹਨਾਂ ਨੂੰ ਮਨਜ਼ੂਰੀਆਂ ਨਹੀਂ ਮਿਲ ਰਹੀਆਂ ਕਿ ਪੰਜਾਬ ਦਾ ਗਰਾਊਂਡ ਵਾਟਰ ਬਹੁਤ ਚਿੰਤਨੀ ਸਤਰ ਤੱਕ ਜਿਹੜਾ ਹੈਗਾ ਉਹ ਗਿਰ ਚੁੱਕਿਆ ਹੈ। ਹੁਣ ਉਹ ਰਿਵਾਈਵ ਕਿਵੇਂ ਹੋਵੇ, ਇਸ ਦੇ ਉੱਤੇ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ ਲਾਸਟ ਗਵਰਨਮੈਂਟ ਦੇ ਵਿੱਚ, ਪਰ 2 ਸਾਲ ਪਹਿਲਾਂ ਕਰੋਨਾ ਆ ਗਿਆ। ਇਹ 2020 ਦੇ ਵਿੱਚ ਸਾਰੀ ਇਹ ਬਣੀ ਸੀ ਸਾਰੀ ਉਹਦੇ ਵਿੱਚ ਕਿ ਸਾਰਿਆਂ ਨੂੰ ਹੀ ਜੋ ਵੀ ਪਾਣੀ ਬੰਦਾ ਯੂਜ਼ ਕਰਦਾ ਹੈ ਉਹਨੂੰ ਉਹਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਵੀ ਉਹਨੇ ਕਿੰਨਾ ਪਾਣੀ ਯੂਜ਼ ਕਰਨਾ, ਔਰ ਉਹਦਾ ਪੈਸਾ ਗਵਰਨਮੈਂਟ ਨੂੰ ਦੋ ਤਾਂ ਕਿ ਉਹ ਵਾਲਾ ਪੈਸਾ ਜਿਹੜਾ ਹੈ ਗਰਾਊਂਡ ਵਾਟਰ ਨੂੰ ਰੀਚਾਰਜ ਕਰਨ ਵਾਸਤੇ ਜਾਂ ਗਰਾਊਂਡ ਵਾਟਰ ਨੂੰ ਬਚਾਉਣ ਵਾਸਤੇ ਅਸੀਂ ਯੂਜ਼ ਕਰ ਸਕੀਏ। ਪਰ ਪ੍ਰੋਬਲਮ ਫਿਰ ਉੱਥੇ ਹੀ ਆ ਜਾਂਦੀ ਸੀ, ਕਿਉਂਕਿ ਇਹ ਜਿੰਨੇ ਉਹ ਮੁੱਦੇ ਗੰਭੀਰ ਨੇ ਉਹਨੇ ਪੋਲੀਟੀਕਲ ਵੀ ਹੈਗੇ ਨੇ। ਖਾਸ ਤੌਰ ਤੇ ਜਦੋਂ ਐਗਰੀਕਲਚਰ ਦੇ ਉੱਤੇ ਤੁਸੀਂ ਗੱਲ ਕਰਦੇ ਹੋ ਵੀ ਯਾਰ ਐਗਰੀਕਲਚਰ ਦਾ ਜੇ ਤੁਸੀਂ ਲਗਾਓਗੇ ਤਾਂ ਫਾਰਮਰ ਯੂਨੀਅਨ, ਤੁਹਾਨੂੰ ਪਤਾ ਹੈ ਕਿ ਉਹ ਬਹੁਤ ਐਜੀਟੇਟ ਹੋ ਜਾਂਦੀਆਂ ਨੇ ਕਿ ਤੁਸੀਂ ਹੁਣ ਸਾਨੂੰ ਤੇ ਇਹ ਪਾਣੀ ਦੇ ਚਾਰजेस ਵੀ ਲਗਾ ਰਹੇ ਹੋ, ਬਿਜਲੀ ਮਾਫ ਕੀਤੀ ਵੀ ਹੈ, ਇੱਥੇ ਪਾਣੀ ਦੇ ਚਾਰजेस ਲਗਾ ਰਹੇ ਹੋ। ਤੁਸੀਂ ਦੇਖੋ ਪਾਣੀ ਉਸ ਕਰਕੇ ਇਹ ਇੱਕ ਵਿੱਚ ਵਾਲਾ ਰਸਤਾ ਕੱਢਿਆ ਗਿਆ ਵੀ ਠੀਕ ਹੈ ਹਜੇ ਅਸੀਂ ਫਿਲਹਾਲ ਇੰਡਸਟਰੀ ਤੋਂ ਸ਼ੁਰੂ ਕਰ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਭ ਨੂੰ ਇਹਦੇ ਵਿੱਚ ਲਵਾਂਗੇ। ਇਹ ਨਹੀਂ ਹੈ ਕਿ ਇਹਨਾਂ ਨੂੰ ਬਾਕੀਆਂ ਨੂੰ ਛੋੜਤਾ ਹੈ, ਫਿਲਹਾਲ ਛੋੜਤਾ ਹੈ। ਉਹਦੇ ਚ ਇੱਕ ਤੁਸੀਂ ਇਹਨੂੰ ਇਸ ਤਰ੍ਹਾਂ ਕਹਿ ਸਕਦੇ ਹੋ ਵੀ ਫਿਲਹਾਲ ਛੋੜਤਾ ਹੈ, ਪਰ ਮੈਨੂੰ ਇਹ ਲੱਗ ਰਿਹਾ ਕਿ ਇੰਡਸਟਰੀ ਨੂੰ ਇਹਦਾ ਫਾਇਦਾ ਹੀ ਹੋਊਗਾ। ਇੰਡਸਟਰੀ ਨੂੰ ਇਹ ਲੱਗ ਰਿਹਾ, ਇੰਡਸਟਰੀ ਦਾ ਜਿਹੜੀ ਕੱਲ ਅੱਜ ਦੀ ਖਬਰ ਛਪੀ ਵੀ ਹੋਈ ਹੈ ਕਿ ਉਹਨਾਂ ਨੂੰ ਲੱਗ ਰਿਹਾ ਕਿ ਚਾਰजेस ਬਹੁਤ ਜ਼ਿਆਦਾ ਲਗਾਤੇ ਹੈਗੇ ਆ। ਉਹ ਚਾਰजेस ਜ਼ਿਆਦਾ ਤਾਂ ਲਗਾਏ ਹੈ, ਪਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਅਗਰ ਉਹ ਪਾਣੀ ਨੂੰ ਬਚਾਣਗੇ ਤਾਂ ਉਹਨਾਂ ਨੂੰ ਇਨਸੈਂਟਿਵ ਵੀ ਮਿਲੂਗਾ ਨਾਲ। ਤਾਂ ਯਾਨੀ ਕਿ ਜੋ ਪਾਣੀ ਤੁਸੀਂ ਗਰਾਊਂਡ ਵਾਟਰ ਦਾ ਕੱਢ ਰਹੇ ਹੋ, ਅਗਰ ਉਹਨੂੰ ਤੁਸੀਂ ਰੀਯੂਜ਼ ਕਰਦੇ ਹੋ ਦੁਬਾਰਾ ਤੋਂ, ਉਸੇ ਪਾਣੀ ਨੂੰ ਰੀਯੂਜ਼ ਕਰ ਲੈਂਦੇ ਹੋ, ਤਾਂ ਤੁਹਾਨੂੰ ਉਹਦੇ ਤੇ ਇਨਸੈਂਟਿਵਸ ਵੀ ਮਿਲਣਗੇ।
ਤਾਂ ਮੈਨੂੰ ਲੱਗਦਾ ਕਿ ਉਹ ਵੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਫਾਇਦਾ ਹੋਊਗਾ ਇੰਡਸਟਰੀ ਨੂੰ। ਇਹਨਾਂ ਨੂੰ ਹਜੇ ਇੱਕ ਸ਼ੁਰੂਆਤ ਕਰਕੇ ਦੇਖ ਲੈਣੀ ਚਾਹੀਦੀ ਹੈ। ਕਈ ਵਾਰੀ ਲੱਗਦਾ ਹੁੰਦਾ ਇਸ ਤਰ੍ਹਾਂ ਦਾ ਵੀ ਇਹ ਸਾਨੂੰ ਨੁਕਸਾਨ ਹੋ ਰਿਹਾ, ਪਰ ਲੌਂਗ ਰਨ 'ਚ ਇਹਦਾ ਫਾਇਦਾ ਹੀ ਹੁੰਦਾ ਹੈ। ਅੱਜ ਜੇ ਪਾਣੀ ਸਾਡੇ ਕੋਲ ਰਿਹਾ ਹੀ ਨਾ ਤਾਂ ਕੱਲ ਇੰਡਸਟਰੀ ਵੀ ਕੀ ਖੜੀ ਕਿਵੇਂ ਲੱਗੇਗੀ ਉੱਤੇ ਜੇ ਪਾਣੀ ਥੱਲੇ ਨਹੀਂ ਹੈਗਾ। ਬਿਲਕੁਲ ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੈ ਭਾਸਕਰ ਸਾਹਿਬ। ਇਹ ਸਵਾਲ ਇਸ ਕਰਕੇ ਵੀ ਵੱਡਾ ਹੈ ਕਿ ਜਿਨ੍ਹਾਂ ਖਿੱਤਿਆਂ ਦੇ ਵਿੱਚ ਪਾਣੀ ਨਹੀਂ ਉਹਨਾਂ ਨੂੰ ਅਸੀਂ ਰੇਗਿਸਤਾਨ ਮਾਰੂਥਲ ਕਹਿੰਦੇ ਆ। ਫਿਰ ਅਸੀਂ ਕਈ ਤਸ਼ਬੀਹਾਂ ਲੋਕ ਗੀਤਾਂ 'ਚ ਵੀ ਇਸ ਤਰ੍ਹਾਂ ਦੀਆਂ ਰੱਖੀਆਂ ਹੋਈਆਂ। ਮੈਂ ਬਹੁਤ ਛੋਟਾ ਸੀਗਾ ਭਾਸਕਰ ਸਾਹਿਬ, ਕੋਈ 18 ਫੁੱਟ ਦੇ ਉੱਤੇ 17 ਫੁੱਟ ਦੇ ਉੱਤੇ ਪਾਣੀ ਨਿਕਲ ਆਉਂਦਾ ਹੁੰਦਾ ਸੀਗਾ, ਤੇ ਅੱਜ ਦੇ ਦਿਨ ਦੇ ਵਿੱਚ ਪਾਣੀ ਦੀ ਸਥਿਤੀ 250 ਫੁੱਟ ਤੱਕ ਚਲੇ ਗਈ ਆ, ਔਰ ਇਹ ਦਿਨ ਬ ਦਿਨ ਬਦਤਰ ਹੋ ਰਹੀ ਆ। ਹੁਣ ਹਰ ਸਾਲ ਲਗਭਗ ਕਿਸਾਨ ਮੋਟਰਾਂ ਵੱਲ ਦੇਖਦਾ ਜਾ ਕੇ ਤਾਂ ਪਾਣੀ ਘਟ ਗਿਆ, ਉਨੀਆਂ ਵੱਡੀਆਂ ਮੋਟਰਾਂ ਲਾਉਣੀਆਂ ਪੈ ਰਹੀਆਂ। ਇਹਦਾ ਮਤਲਬ ਹੈ ਕਿ ਕਿਸੇ ਦਿਨ ਇਹ ਪਾਣੀ ਖਤਮ ਹੋ ਜੂ। ਪੀਣ ਵਾਲਾ ਪਾਣੀ ਜਿਹੜਾ ਅਸੀਂ ਸਿੱਧਾ ਇੱਕ ਤਰ੍ਹਾਂ ਨਾਲ ਧਰਤੀ 'ਚ ਹੱਥ ਪਾ ਕੇ ਕੱਢ ਲੈਂਦੇ ਆ, ਫਿਰ ਸਾਨੂੰ ਉਹਨੂੰ ਪਿਉਰੀਫਾਈ ਕਰਨ ਤੇ ਵੀ ਬਹੁਤ ਜ਼ਿਆਦਾ ਪੈਸਾ ਲਾਉਣਾ ਪਊਗਾ। ਫਿਰ ਇਹਨਾਂ ਨਾਲ ਨਹੀਂ ਗੱਲ ਬਣਨੀ ਜਿਹੜੇ ਅਸੀਂ ਆਰਓ ਘਰ 'ਚ 15-20 ਹਜ਼ਾਰ ਦਾ ਲਾ ਕੇ ਸਾਰ ਲੈਂਦੇ ਆ। ਸੋ ਇਹਦੇ ਉੱਤੇ ਇੱਕ ਛੋਟੀ ਜਿਹੀ ਟਿੱਪਣੀ ਦਿਓ ਤੇ ਫਿਰ ਆਪਾਂ ਚੱਲਦੇ ਆ ਅਡਾਨੀ ਵੱਲ। ਅਡਾਨੀ ਦੀ ਸਫਾਈ ਆਈ ਹੈ। ਭਾਸਕਰ ਸਾਹਿਬ ਮੈਨੂੰ ਕਹਿ ਰਹੇ ਸੀ ਕਿ ਇੰਨਾ ਅਹਿਮ ਮੁੱਦਾ ਹੈ। ਮੈਂ ਕਿਹਾ ਮੈਨੂੰ ਇਕਨੋਮਿਕਸ ਆਉਂਦੀ ਨਹੀਂ, ਆਰਥਿਕਤਾ ਦੀ ਸਮਝ ਨਹੀਂ। ਕਹਿੰਦੇ ਮੈਨੂੰ ਬਹੁਤ ਸਮਝ ਆ, ਆਪਾਂ ਭਾਸਕਰ ਸਾਹਿਬ ਕੋਲ ਸਮਝਦੇ ਆ। ਇਹ ਦੋਵਾਂ ਚੀਜ਼ਾਂ ਨੂੰ ਇਕੱਠਿਆਂ ਜੋੜੋ ਜ਼ਰਾ। ਸਭ ਤੋਂ ਪਹਿਲੇ ਤੇ ਜਿਹੜੀ ਪਾਣੀ ਵਾਲੀ ਗੱਲ ਹੈਗੀ ਹੈ, ਜਿਹੜੇ ਗਰਾਊਂਡ ਵਾਟਰ ਕੱਢਣ ਵਾਸਤੇ ਇੰਡਸਟਰੀ ਨੂੰ ਲਾਏ ਹੋਏ ਚਾਰजेस ਦੀ ਗੱਲ, ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦੇ ਉੱਤੇ ਹਮੇਸ਼ਾ ਤੋਂ ਹੀ ਖੈਰ ਐਲੀਗੇਸ਼ਨ ਲੱਗਦਾ ਰਿਹਾ ਵੀ ਪੈਸੇ ਕਿੱਥੋਂ ਲਿਆਓਗੇ, ਭਾਵੇਂ ਬਿਜਲੀ ਮਾਫ ਦੇਣੀ ਹੈ ਜਾਂ ਕੋਈ ਹੋਰ ਸੁਵਿਧਾਵਾਂ, ਮੁਹੱਲਾ ਕਲੀਨਿਕ ਤੋਂ ਲੈ ਕੇ ਸਾਰੀ, ਪੈਸੇ ਕਿੱਥੋਂ ਲਿਆ ਕੇ ਆਓਗੇ। ਐਦਾਂ ਹੀ ਇੱਕ ਬਿਊਰੋਕ੍ਰੇਸੀ ਨੇ ਸਲਾਹ ਦਿੱਤੀ ਵੀ ਆਹ ਚਾਰजेस ਲਾ ਦਿਓ, ਇਹਦੇ ਰਾਹੀਂ ਪੈਸੇ ਵੀ ਆ ਸਕਦੇ ਨੇ ਤੇ ਪਾਣੀ ਦੀ ਦੁਰਵਰਤੋਂ ਤੋਂ ਬਚਿਆ ਵੀ ਜਾ ਸਕਦਾ ਹੈ। ਇਹ ਚਾਰजेस ਸੈੱਟ ਕੀਤੇ, ਉਹਦੇ ਵਿੱਚ 300 ਯੂਨਿਟ ਤੋਂ ਲੈ ਕੇ 1500 ਯੂਨਿਟ ਯਾਨੀ 300 ਕਿਊਬਿਕ ਮੀਟਰ ਪਾਣੀ ਅਗਰ ਤੁਸੀਂ ਯੂਜ਼ ਕਰਦੇ ਹੋ ਕਿਸੇ ਇੰਡਸਟਰੀ ਦੇ ਤੇ ਤੁਹਾਨੂੰ ਕੋਈ ਚਾਰजेस ਨਹੀਂ ਹੈ। 300 ਤੋਂ 1500 ਕਿਊਬਿਕ ਮੀਟਰ ਪਾਣੀ ਅਗਰ ਤੁਸੀਂ ਯੂਜ਼ ਕਰਦੇ ਹੋ ਤਾਂ ਤੁਹਾਨੂੰ 8 ਰੁਪਏ ਪ੍ਰਤੀ ਕਿਊਬਿਕ ਮੀਟਰ ਤੁਹਾਨੂੰ ਪੈਸੇ ਦੇਣੇ ਹੋਣਗੇ, ਔਰ ਜੇ 75,000 ਤੋਂ ਜ਼ਿਆਦਾ ਯੂਜ਼ ਕਰਦੇ ਹੋ ਫਿਰ ਤੁਹਾਨੂੰ 22 ਰੁਪਏ ਪ੍ਰਤੀ ਕਿਊਬਿਕ ਮੀਟਰ ਤੁਹਾਨੂੰ ਪੈਸੇ ਦੇਣੇ ਪੈਣਗੇ। ਹਰਿਆਣਾ ਦੇ ਵਿੱਚ ਵੀ ਇਹ ਚੀਜ਼ ਪਿਛਲੇ ਦਿਨਾਂ ਦੇ ਵਿੱਚ ਤੁਰੀ ਸੀਗੀ। ਹਰਿਆਣਾ ਦੇ ਵਿੱਚ ਇਹ ਚਾਰजेस ਲਾਏ ਗਏ ਸੀ 10 ਰੁਪਏ, ਜਿਹੜੇ ਵੀ ਪੰਜਾਬ ਦੇ ਵਿੱਚ 22 ਰੁਪਏ ਲਾਏ ਗਏ ਨੇ। ਹਰਿਆਣਾ ਦੇ ਵਿੱਚ ਵੀ ਇੰਡਸਟਰੀ ਨੇ ਰੋਲਾ ਪਾਇਆ ਤੇ ਅੱਜ ਤੱਕ ਉਹਦੀ ਨੋਟੀਫਿਕੇਸ਼ਨ ਨਹੀਂ ਹੋ ਪਾਈ। ਅੱਜ ਵੀ ਜਦ ਇੰਡਸਟਰੀ ਇਸ ਮੁੱਦੇ ਦੇ ਉੱਤੇ ਸ਼ੋਰ ਮਚਾ ਰਹੀ ਹੈ, ਪੈਸੇ ਕੋਈ ਬਹੁਤ ਜ਼ਿਆਦਾ ਨਹੀਂ ਹੈ, ਕਿਉਂਕਿ 75,000 ਕਿਊਬਿਕ ਮੀਟਰ ਪਾਣੀ ਤੋਂ ਜ਼ਿਆਦਾ ਯੂਜ਼ ਕਰਨ ਵਾਲੀ ਇੰਡਸਟਰੀ ਬਹੁਤ ਘੱਟ ਹੈ। ਔਰ ਖਾਸ ਕਰਕੇ ਇਹ ਜਿਹੜੀ ਸ਼ਰਾਬ ਵਾਲੀ ਫੈਕਟਰੀ ਜੀਰੇ ਦੀ ਸੀਗੀ, ਉਸ ਤਰ੍ਹਾਂ ਦੀ ਫੈਕਟਰੀਆਂ ਹੈਗੀਆਂ ਜਿਹਦੇ ਵਿੱਚ 5 ਲੱਖ ਕਿਊਬਿਕ ਮੀਟਰ ਤੋਂ ਵੀ ਜ਼ਿਆਦਾ ਪਾਣੀ ਯੂਜ਼ ਹੁੰਦਾ ਹੈ। ਹੁਣ ਐਦਾਂ ਦੇ ਹਾਲਾਤ ਦੇ ਵਿੱਚ ਹੁਣ ਸਰਕਾਰ ਕਿੱਥੋਂ ਪੈਸੇ ਲਿਆਏ? ਸਰਕਾਰ ਦਾ ਫਰਜ਼ ਹੈਗਾ ਪੈਸੇ ਬਚਾਣਾ, ਪੈਸੇ ਕਮਾਣਾ ਔਰ ਪਾਣੀ ਬਚਾਣਾ। ਉਹਦੇ ਵਾਸਤੇ ਇਹ ਪੰਜਾਬ ਵਾਟਰ ਜਿਹੜੀ ਰੈਗੂਲੇਸ਼ਨ ਡਿਵੈਲਪਮੈਂਟ ਅਥਾਰਟੀ ਹੈ, ਉਹਨਾਂ ਨੇ ਇਹ ਪ੍ਰਪੋਜ਼ਲ ਦਿੱਤਾ ਹੈ। ਹੁਣ ਇਹ ਸਿਰੇ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ, ਇੰਡਸਟਰੀ ਦੇ ਦਬਾਅ ਦੇ ਵਿੱਚ ਗੱਲਾਂ ਰਹਿ ਜਾਂਦੀ ਹੈ। ਉਹ ਵੀ ਤਦ ਜਦ ਅਸੀਂ ਇਨਵੈਸਟਮੈਂਟ ਨੂੰ ਅਟਰੈਕਟ ਕਰਨ ਦੀ ਗੱਲਾਂ ਤੁਰ ਰਹੇ ਹਾਂ। ਇਹ ਹਜੇ ਦੇਖਣ ਵਾਲੀ ਗੱਲ ਹੋਏਗੀ। ਹੁਣ ਗੱਲ ਕਰੀਏ ਅਡਾਨੀ ਸਾਹਿਬ, ਇਹ ਵੀ ਸਵਾਲ ਹੈ ਭਾਸਕਰ ਸਾਹਿਬ ਕਿ ਇੰਡਸਟਰੀ ਖਿੱਚਣ ਲਈ ਆਪਣੇ ਵੱਲ ਜਿੰਨਾ ਜ਼ੋਰ ਲੱਗ ਰਿਹਾ, ਜੇ ਇਸ ਤਰ੍ਹਾਂ ਦੇ ਹਰਡਲਸ ਉਹ ਸਮਝਣ ਲੱਗ ਪਈ ਇੰਡਸਟਰੀ, ਹਾਲਾਂਕਿ ਇਸ ਖਿੱਤੇ ਲਈ ਤੇ ਬਹੁਤ ਜ਼ਰੂਰੀ ਆ ਕਿ ਕਿਤੇ ਤਾਂ ਡਿਸਪਲਿਨ ਲਾਉਣਾ ਪਊਗਾ, ਅਦਰਵਾਈਜ਼ ਤਾਂ ਤੁਸੀਂ ਬੰਜਰ ਹੋ ਜਾਓਗੇ ਸਾਰੇ ਦੇ ਸਾਰੇ। ਪਰ ਫਿਰ ਵੀ ਇਹ ਇੱਕ ਸੰਕਟ ਤਾਂ ਰਹੂਗਾ ਕਿ ਕੋਈ ਇੱਥੇ ਇਸ ਤਰ੍ਹਾਂ ਦੇ ਯੂਨਿਟ ਨਹੀਂ ਆਉਣਗੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੋਊਗੀ। ਖੈਰ ਇਹ ਤਾਂ ਉਸ ਹਰ ਧਰਤੀ ਨੂੰ ਚਾਹੀਦਾ ਹੀ ਹੈ ਕਿ ਜਿੱਥੇ ਦੀ ਲੋੜ ਅਨੁਸਾਰ ਹੀ ਇੰਡਸਟਰੀ ਆਵੇ। ਫਾਲਤੂ ਦੀ ਇੰਡਸਟਰੀ ਲਾਉਣ ਦਾ ਫਾਇਦਾ ਵੀ ਕੀ, ਰੁਜ਼ਗਾਰ ਤਾਂ ਸਾਡੇ ਬੱਚਿਆਂ ਨੂੰ ਇੱਥੇ ਮਿਲ ਨਹੀਂ ਰਿਹਾ। ਪਰ ਇਹ ਸਵਾਲ ਅਗਲਾ ਵੀ ਬੜਾ ਅਹਿਮ ਆ, ਜਦੋਂ ਅਡਾਨੀ ਸਫਾਈ ਦੇ ਰਹੇ ਆ, ਇਹ ਸਾਫ਼ ਉਹਨਾਂ ਨੇ ਕੀਤਾ ਇਸ਼ਤਿਹਾਰ ਦੇ ਕੇ ਵੀ, ਅਦਰਵਾਈਜ਼ ਵੀ, ਕਿ ਭਾਰਤ ਦੀਆਂ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਕੀਤਾ ਜਾ ਰਿਹਾ। ਔਰ ਸਾਨੂੰ ਵੀ ਜਿਹੜਾ ਨਿਸ਼ਾਨੇ ਤੇ ਲਿਆ ਗਿਆ, ਇਹ ਇੱਥੋਂ ਦੇ ਕਲਚਰ, ਇੱਥੋਂ ਦੀ ਇੰਡਸਟਰੀ, ਇੱਥੋਂ ਦੇ ਟ੍ਰੇਡ, ਇਹ ਸਾਰੀਆਂ ਚੀਜ਼ਾਂ ਤੇ ਸਿੱਧਾ ਹਮਲਾ ਕੀਤਾ ਗਿਆ। ਵੈਸੇ ਤੁਸੀਂ ਮੈਨੂੰ ਕੁਝ ਹੋਰ ਹੀ ਦੱਸ ਰਹੇ ਸੀ ਕਿ ਸਰਕਾਰੀ ਸੰਸਥਾਵਾਂ ਦੇ ਪੈਸੇ ਉਹ ਵੀ ਬੜੇ ਖਤਰੇ 'ਚ ਹੈ। ਅੱਜ ਜੇਕਰ ਜਦੋਂ ਇਹ ਸ਼ੇਅਰ ਬਾਜ਼ਾਰ ਖੁੱਲਦਾ ਹੈ ਤੇ ਜੇ ਉਹਦੇ ਵਿੱਚ ਸਥਿਤੀ ਕਲੀਅਰ ਨਾ ਹੋਈ ਤਾਂ ਇਹ ਵੀ ਸਾਰੀ ਆਰਥਿਕਤਾ ਭਾਰਤ ਦੇ ਲਈ ਇੱਕ ਝਟਕਾ ਹੋਊਗਾ। ਸਰਕਾਰ ਕਿਵੇਂ ਸਪੋਰਟ ਕਰ ਸਕਦੀ ਕਿਸੇ ਸੰਸਥਾ ਦੇ ਡਿੱਗਦੇ ਮਿਆਰ ਤੇ? ਇਹ ਸਾਰੀਆਂ ਗੱਲਾਂ ਜਰਾ ਸਮਝਾਓ ਆਪਣੀ ਭਾਸ਼ਾ 'ਚ। ਦੇਖੋ, ਜਿੱਥੇ ਤੱਕ ਅਡਾਨੀ ਉਹਨਾਂ ਦਾ ਮਾਮਲਾ ਹੈ, ਅਡਾਨੀ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਸੀਗੇ ਜਦ ਅਸੀਂ ਸੁਣਿਆ ਸੀ ਕਿ ਪੂਰੀ ਦੁਨੀਆ ਦੇ ਵਿੱਚ ਤੀਜੇ ਨੰਬਰ ਤੇ ਅਮੀਰ ਹੈਗੇ ਨੇ ਸਾਡੇ ਅਡਾਨੀ ਸਾਹਿਬ। ਕੁਝ ਸਾਲ ਪਹਿਲੇ ਤੱਕ ਅਡਾਨੀ ਉਹਨਾਂ ਦੀ ਇਹ ਸਥਿਤੀ ਨਹੀਂ ਸੀ, ਤਦ ਅੰਬਾਨੀ ਉਹਨਾਂ ਦਾ ਨਾਂ ਤੁਰਦਾ ਸੀਗਾ। ਹੁਣ ਅੰਬਾਨੀ
ਚੇਂਜ ਹੋ ਕੇ ਅਡਾਨੀ ਦੋਨੋਂ ਗੁਜਰਾਤ ਤੇ। ਪਰ ਆ ਜਿਹੜੀ ਹਿੰਡਨਬਰਗ ਦੀ ਰਿਪੋਰਟ ਆਈ ਹੈ, ਉਸ ਰਿਪੋਰਟ ਨੇ ਕੁਝ ਐਲੀਗੇਸ਼ਨ ਲਾਏ। ਐਲੀਗੇਸ਼ਨ ਕੀ ਲਾਏ ਕਿ ਮੈਨੀਪੂਲੇਸ਼ਨ ਦੇ ਰਾਹੀਂ ਔਰ ਸ਼ੇਅਰ ਮਾਰਕੀਟ ਦੇ ਵਿੱਚ ਹੇਰਾਫੇਰੀ ਦੇ ਰਾਹੀਂ ਆ ਜਿਹੜਾ ਅਡਾਨੀ ਉਹਨਾਂ ਦੇ ਸ਼ੇਅਰਸ ਨੇ ਉਹ ਇਨਫਲੇਟ ਕਰ ਰਹੇ ਨੇ। ਹਜੇ ਤੇ ਉਹਨਾਂ ਨੇ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੱਤਾ, ਪਰ ਅਡਾਨੀ ਉਹਨਾਂ ਦੇ ਗਰੁੱਪ ਨੇ ਅੱਧੇ ਘੰਟੇ ਦੇ ਵਿੱਚ ਉਸ ਹਿੰਡਨਬਰਗ ਰਿਸਰਚ ਕੰਪਨੀ ਉਹਨੂੰ ਇੱਕ ਤਰੀਕੇ ਨਾਲ ਧਮਕੀ ਦਿੱਤੀ ਕਿ ਵੀ ਤੁਹਾਨੂੰ ਆਪਾਂ ਕੋਰਟ ਵਿੱਚ ਦੇਖਾਂਗੇ। ਅੱਧੇ ਘੰਟੇ ਦੇ ਅੰਦਰ ਹਿੰਡਨਬਰਗ ਦਾ ਵੀ ਰਿਸਪੌਂਸ ਆ ਗਿਆ ਵੀ ਜੇ ਸਾਡੇ ਖਿਲਾਫ ਕੋਈ ਕੇਸ ਕਰਨਾ ਹੈ ਆ ਜਾਓ, ਯੂਐਸ ਕੋਰਟ ਦੇ ਵਿੱਚ ਕਰੋ। ਔਰ ਯੂਐਸ ਕੋਰਟ ਦੇ ਵਿੱਚ ਜਿਹੜੇ ਕਾਗਜ਼ਾਤ ਹਜੇ ਸਾਨੂੰ ਚਾਹੀਦੇ ਨੇ ਆਪਣੀ ਰਿਪੋਰਟ ਨੂੰ ਸਬਸਟੈਂਸ਼ੀਏਟ ਕਰਨ ਵਾਸਤੇ, ਉਹ ਵੀ ਤੁਹਾਡੇ ਤੋਂ ਮੰਗਣਗੇ। ਔਰ ਯੂਐਸ ਕੋਰਟ ਦਾ ਇੱਕ ਰੂਲ ਹੈ, ਜਦ ਵੀ ਕੋਈ ਕਿਸੇ ਦੇ ਖਿਲਾਫ ਕੇਸ ਕਰਦਾ ਤੇ ਸਾਰੇ ਕਾਗਜ਼ਾਤ ਜਿਹੜੀ ਚਾਹੇ ਅਕਿਊਜ਼ਡ ਪਾਰਟੀ ਹੋਏ ਉਹ ਮੰਗਦੀ ਹੈ ਤਾਂ ਉਹ ਦੇਣੇ ਪੈਂਦੇ ਨੇ। ਹੁਣ ਅਡਾਨੀ ਉਹਨਾਂ ਇੱਥੇ ਪਿੱਛੇ ਜਾਂਦੇ ਹੋਏ ਨਜ਼ਰ ਆਉਂਦੇ ਨੇ। ਅੱਜ ਦਾ ਦਿਨ ਅਡਾਨੀ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਹੈਗਾ, ਕਾਰਨ ਕਿ ਸ਼ੇਅਰ ਮਾਰਕੀਟ ਜਿਹੜੀ 2 ਦਿਨ ਅਡਾਨੀ ਉਹਨਾਂ ਦੇ ਸ਼ੇਅਰ 20% ਤੱਕ ਗਿਰੇ ਸੀਗੇ, ਉਹਨਾਂ ਸ਼ੇਅਰਾਂ ਦਾ ਅੱਜ ਕੀ ਹਾਲ ਹੁੰਦਾ ਹੈ। ਔਰ ਉਹ ਵੀ ਤਦ ਜਦ ਐਫਪੀਓ ਹੁੰਦਾ ਹੈ, ਆਪਣੀ ਕੈਪੀਟਲ ਨੂੰ ਵਧਾਉਣ ਵਾਸਤੇ ਕੋਈ ਵੱਡਾ ਗਰੁੱਪ 20,000 ਕਰੋੜ ਰੁਪਏ ਦੀ ਜਿਹੜੀ ਹੈ ਅਡਾਨੀ ਉਹਨਾਂ ਦਾ ਐਫਪੀਓ ਆ ਰਿਹਾ ਹੈ, ਉਹਦਾ ਕੀ ਹਸ਼ਰ ਹੁੰਦਾ ਹੈ ਕਿ ਉਹ ਡਿਸਕਾਊਂਟਡ ਰੇਟ ਤੇ ਵਿਕਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਇੰਨੇ ਵੱਡੇ ਗਰੁੱਪ ਦੀ ਇੱਜ਼ਤ ਸਟੇਕ ਤੇ ਲੱਗੀ ਹੁੰਦੀ ਹੈ। ਔਰ ਅੱਜ ਦੀ ਮਾਰਕੀਟ ਦੇ ਉੱਤੇ ਅਡਾਨੀ ਉਹਨਾਂ ਦੇ ਉੱਤੇ ਇੱਕ ਵੱਡਾ ਇੱਕ ਅਸਰ ਦੇਖਣ ਨੂੰ ਮਿਲ ਸਕਦਾ ਹੈ ਜੇ ਆਪਣੇ ਸ਼ੇਅਰਾਂ ਦੇ ਗਿਰਦੇ ਹੋਏ ਰੇਟ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ, ਤੇ ਫਿਰ ਉਹਨਾਂ ਦੀ ਕੋਈ ਸਾਖ ਮਾੜੀ ਮੋਟੀ ਜੀ ਸੰਭਲ ਜਾਂਦੀ ਹੈ। ਔਰ ਜਿੱਥੇ ਤੱਕ ਹਿੰਡਨਸਬਰਗ ਦੀ ਗੱਲ ਕਰੀਏ, ਹਿੰਡਨਸਬਰਗ ਵੀ ਕੋਈ ਐਦਾਂ ਦੀ ਕੋਈ ਕੰਪਨੀ ਨਹੀਂ ਹੈਗੀ, ਇਹ ਐਨਜੀਓ ਨਹੀਂ ਹੈਗੀ, ਇਹ ਮੀਡੀਆ ਹਾਊਸ ਨਹੀਂ ਹੈਗਾ, ਇਹ ਕੋਈ ਧਾਰਮਿਕ ਕੰਮ ਕਰਨ ਵਾਲੀ ਵੀ ਕੋਈ ਏਜੰਸੀ ਨਹੀਂ ਹੈਗੀ, ਇਹ ਸ਼ਾਰਟ ਸੇਲਰ ਕੰਪਨੀ ਹੈਗੀ ਹੈ। ਔਰ ਇਸ ਕੰਪਨੀ ਦਾ ਰਿਕਾਰਡ ਹੈ, ਕਹਿੰਦਾ ਹੈ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਕ੍ਰੀਏਟ ਕਰਕੇ ਕਿਸੇ ਵੀ ਕੰਪਨੀ ਦੇ ਖਿਲਾਫ ਆਪਣੀ ਰਿਸਰਚ ਕਰਨ ਤੋਂ ਬਾਅਦ, ਉਸ ਰਿਸਰਚ ਨੂੰ ਲੀਕ ਕਰਨ ਤੋਂ ਬਾਅਦ, ਇਹ ਸ਼ਾਰਟ ਸੇਲਰ ਕੰਪਨੀ ਮਾਰਕੀਟ ਦੇ ਵਿੱਚ ਬੜੀ ਵੱਡੀ ਬਿਕਵਾਲੀ ਕਰਦੀ ਹੈ, ਪ੍ਰੋਫਿਟ ਅਰਨ ਕਰਦੀ ਹੈ। ਤੇ ਇਹੀ ਇਹਦਾ ਇਸ ਕੰਪਨੀ ਦਾ ਜਿਹਨੂੰ ਆਪਾਂ ਆਪਣੇ ਇੰਡੀਅਨ ਹਿਸਾਬ ਨਾਲ ਸੱਟੇਬਾਜ਼ੀ ਵਾਲੀ ਕੰਪਨੀ ਹੈ, ਉਹ ਵੀ ਹੈਗੀ ਹੈ। ਪਰ ਚਲੋ ਹੁਣ ਅਡਾਨੀ ਉਹਨਾਂ ਦੀ ਫੂਕ ਤੇ ਨਿਕਲੀ ਹੋਈ ਹੈ, ਪਰ ਨਾਲ ਦੇ ਨਾਲ ਮੋਦੀ ਉਹਨਾਂ ਨੂੰ ਵੀ ਘਬਰਾਹਟ ਪੈਦਾ ਹੋ ਗਈ ਹੈ, ਕਿਉਂਕਿ ਮੋਦੀ ਉਹਨਾਂ ਔਰ ਅਡਾਨੀ ਉਹਨਾਂ ਜਦ ਰਾਹੁਲ ਗਾਂਧੀ ਉਹਨਾਂ ਭਾਰਤ ਜੋੜੋ ਯਾਤਰਾ ਦੇ ਵਿੱਚ ਜਦੋਂ ਵੀ ਉਹਨਾਂ ਨੇ ਗੱਲ ਕੀਤੀ ਹੈ, ਉਹ ਕਹਿੰਦੇ ਨੇ ਦੇਸ਼ ਦੀ ਸਾਰੀ ਇਕਨੋਮੀ ਕਹਿ ਲਓ, ਸਾਰਾ ਪੈਸਾ ਕਹਿ ਲਓ, ਚੰਦ ਲੋਕਾਂ ਦੇ ਕੋਲ ਹੈ। ਔਰ ਨਾ ਸਿਰਫ ਉਹ ਦੋ ਹੀ ਲੈਂਦੇ ਨੇ, ਅਡਾਨੀ ਅੰਬਾਨੀ, ਉਹਨਾਂ ਵਿੱਚੋਂ ਅਡਾਨੀ ਉਹਨਾਂ ਦਾ ਇਹ ਹਾਲ। ਔਰ ਇਹਦੇ ਉੱਤੇ ਪੋਲਿਟਿਕਸ ਕਿੰਨੀ ਕੁ ਅੱਗੇ ਜਾਂਦੀ ਹੈ। 1992 ਦੇ ਵਿੱਚ ਜਦ ਹਰਸ਼ਦ ਮਹਿਤਾ ਦਾ ਸਕੈਮ ਹੋਇਆ ਸੀ ਤੇ ਅਪੋਜੀਸ਼ਨ ਪਾਰਟੀ ਇਹ ਭਾਜਪਾ, ਹੋਰ ਵੀ ਅਪੋਜੀਸ਼ਨ ਪਾਰਟੀ, ਇਹਨਾਂ ਨੇ ਮੰਗ ਕੀਤੀ ਸੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀ ਕਿ ਜੁਆਇੰਟ ਜੇਪੀਸੀ ਬਣਾਓ ਤੇ ਇਹਦੀ ਪ੍ਰੂਵ ਕਰੋ। ਇਸ ਤਰ੍ਹਾਂ ਦੀ ਹੀ ਮੰਗ ਹੁਣ ਕਾਂਗਰਸ ਵੀ ਕਰ ਸਕਦੀ ਹੈ। ਬਜਟ ਸੈਸ਼ਨ ਕੱਲ ਤੋਂ ਸ਼ੁਰੂ ਹੋ ਰਿਹਾ ਹੈ। ਬਜਟ ਦੇ ਵਿੱਚ ਕੀ ਪ੍ਰੋਵੀਜ਼ਨ ਹੁੰਦੇ ਨੇ ਜਿਹਦੇ ਰਾਹੀਂ ਇਹ ਕੋਸ਼ਿਸ਼ ਕੀਤੀ ਜਾਏ ਕਿ ਅਡਾਨੀ ਉਹਨਾਂ ਨੂੰ ਕਿੱਦਾਂ ਬੇਲ ਆਊਟ ਕਰੀਏ, ਕਿਉਂਕਿ ਸਵਾਲ ਤੇ ਹੁਣ ਸਾਡੇ ਸਾਹਮਣੇ, ਦੇਸ਼ ਦੇ ਸਾਹਮਣੇ ਇਹ ਖੜਾ ਹੋ ਗਿਆ ਹੈ, ਜੇ ਅਡਾਨੀ ਉਹਨਾਂ ਡੁੱਬਦੇ ਨੇ ਤੇ ਕਿਤੇ ਦੇਸ਼ ਨਾ ਡੁੱਬ ਜਾਏ। ਇਹ ਤੇ ਹੁਣ ਦੇਸ਼ ਭਗਤੀ ਵਾਲੀ ਭਾਵਨਾ ਲੋਕਾਂ ਦੇ ਵਿੱਚ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿੰਨੇ ਕੁ ਦੇਸ਼ ਭਗਤ ਹੁੰਦੇ ਨੇ, ਜੇ ਅਡਾਨੀ ਉਹਨਾਂ ਡੁੱਬ ਜਾਂਦੇ ਨੇ, ਬਾਕੀ ਇਹ ਗੱਲ ਠੀਕ ਹੈ ਕਿ ਗਰੀਬ ਲੋਕਾਂ ਦਾ, ਆਮ ਲੋਕਾਂ ਦਾ, ਜਿਨ੍ਹਾਂ ਨੇ ਵੀ ਛੋਟੇ ਮੋਟੇ ਪੈਸੇ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕੀਤੇ ਹੋਏ ਨੇ, ਉਹਨਾਂ ਦਾ ਨੁਕਸਾਨ ਤੇ ਬੜੇ ਭਾਰੀ ਪੱਧਰ ਤੇ ਹੋਣਾ ਹੈ, ਪਰ ਦੇਸ਼ ਦਾ ਨੁਕਸਾਨ ਬੜਾ ਜ਼ਬਰਦਸਤ ਹੋਣਾ ਹੈ। ਕਿਸ ਪੱਧਰ ਤੇ ਇੱਕ ਕਵਾਇਦ ਹੁੰਦੀ ਹੈ ਕਿ ਅਡਾਨੀ ਉਹਨਾਂ ਨੂੰ ਬਚਾ ਕੇ ਦੇਸ਼ ਨੂੰ ਬਚਾਈਏ। ਔਰ ਜਿਸ ਤਰ੍ਹਾਂ ਦੇਸ਼ ਪ੍ਰੇਮ ਦੀ ਗੱਲ ਕਰੀਏ, ਉਹ ਸਾਰਾ ਦੇਸ਼ ਪ੍ਰੇਮ ਹੁਣ ਅਡਾਨੀ ਉਹਨਾਂ ਨੂੰ ਬਚਾਉਣ ਵਾਸਤੇ ਖਰਚ ਹੋ ਜਾਏ, ਇਹਦੇ ਵਿੱਚੋਂ ਵੀ ਕੋਈ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਪਰ ਚਲੋ ਹਜੇ ਤੇ ਸੀਨ ਤਿਆਰ ਹੋਇਆ, ਅੱਗੇ ਚੱਲ ਕੇ ਕਿਸ ਮੁਕਾਮ ਤੇ ਪਹੁੰਚਦਾ ਉਹ ਦੇਖਣ ਵਾਲੀ ਗੱਲ। ਜਦੋਂ ਭਾਸਕਰ ਸਾਹਿਬ ਅਡਾਨੀ ਹੋਣਾ, ਅੰਬਾਨੀ ਹੋਣਾ, ਮੋਦੀ ਹੋਣਾ, ਰਾਹੁਲ ਹੋਣਾ ਕਹਿੰਦੇ, ਮੈਨੂੰ ਇੰਜ ਲੱਗਦਾ ਜਿੱਦਾਂ ਸਾਡੇ ਨਾਲ ਖੇਡਣ ਖੁੱਡਣ ਵਾਲੇ ਲੋਕ ਆ। ਚਲੋ ਹਾਸੇ ਠੱਠੇ ਨੇ, ਸਵਾਲ ਤੇ ਇੰਨਾ ਕੀ ਆ ਵੀ ਕਿਸੇ ਨੂੰ ਸੰਬੋਧਿਤ ਹੋਣਾ ਹੈ ਤੇ ਕੋਈ ਨਾ ਕੋਈ ਵਿਸ਼ੇਸ਼ਣ ਤਾਂ ਲਾਉਣਾ ਪਊ। ਪਰ ਇੱਕ ਗੱਲ ਬੜੀ ਅਹਿਮ ਆ, ਸੋਸ਼ਲ ਮੀਡੀਆ ਆਪਣੇ ਆਪ ਦੇ ਵਿੱਚ ਹੀ ਇੱਕ ਪੂਰੇ ਦਾ ਪੂਰਾ ਕਲਚਰ ਹੈ, ਤੇ ਉਹ ਜਦੋਂ ਗੱਲਾਂ ਤੁਰਦੀਆਂ ਨੇ, ਜਿੱਦਾਂ ਕਹਿੰਦੇ ਹੁੰਦੇ ਆ WhatsApp ਯੂਨੀਵਰਸਿਟੀ ਹੈ, ਤੇ ਉਹ ਗੱਲਾਂ ਅੱਗੇ ਨਿਕਲਦੀਆਂ ਜਾਂਦੀਆਂ। ਅੱਛਾ, LIC ਨੇ ਕਿੰਨੇ ਪੈਸੇ ਲਾਏ ਸੀ, ਫਿਰ SBI ਨੇ ਕਿੰਨੇ ਪੈਸੇ ਦਾਅ ਤੇ ਲਾਏ ਸੀ, ਫਿਰ ਇੱਕ ਦੂਜੇ ਨੂੰ ਸਵਾਲ ਲੋਕ ਪੁੱਛਣ ਲੱਗ ਪੈਂਦੇ ਵੀ LIC ਨੂੰ ਪੈਸੇ ਲਾਉਣ ਦੀ, ਕਿਉਂਕਿ ਜਿਹੜੇ ਪੈਸੇ ਲੋਕਾਂ ਦੇ ਹੁੰਦੇ ਆ ਉਹਨਾਂ ਨੂੰ ਅੱਗੇ ਪੈਸੇ ਪ੍ਰੋਫਿਟ ਵਜੋਂ ਲੈਣ ਲਈ ਬੈਂਕ ਵੀ ਆਪਣੇ ਪੈਸੇ ਵੱਡੀਆਂ ਕੰਪਨੀਆਂ ਚਲਾਉਂਦੇ। ਜੇ ਕਿਸੇ ਦੀ ਸੇਵਿੰਗ ਤੇ ਉਹਨੂੰ 5% ਵਿਆਜ ਮਿਲਦਾ ਹੈ ਤਾਂ ਇਹੀ ਬੈਂਕ ਵੱਡੀਆਂ ਕੰਪਨੀਆਂ ਕੋਲੋਂ 7-8-10% ਲੈ ਕੇ ਤੁਹਾਨੂੰ ਆਪਣਾ ਪ੍ਰੋਫਿਟ, ਆਪਣੇ ਖਰਚੇ ਕੱਢ ਕੇ ਤੁਹਾਨੂੰ ਦੇ ਰਹੇ ਹੁੰਦੇ ਆ।
ਬੈਂਕਾਂ ਨੇ ਕੋਈ ਆਪਣੀਆਂ ਮਸ਼ੀਨਾਂ ਨਹੀਂ ਲਾਈਆਂ ਹੁੰਦੀਆਂ। ਸੋ ਇਸ ਕਰਕੇ ਲੋਕਾਂ ਨੂੰ ਇਹ ਫਿਕਰ ਹੈਗੇ ਆ ਕਿ LIC ਲੋਕਾਂ ਦੇ ਪੈਸੇ ਦੇ ਵਿੱਚੋਂ ਜਿਹੜੇ ਉਹ ਡਿਵੀਡੈਂਡ ਬਾਕੀ ਚੀਜ਼ਾਂ ਦਿੰਦੀ ਆ, ਉਹ ਇਹਨਾਂ ਇੰਡਸਟਰੀਜ਼ ਤੋਂ ਹੀ ਆਉਂਦੇ ਆ, ਪ੍ਰੋਫਿਟੇਬਲ ਧੰਦਿਆਂ ਤੋਂ ਆਉਂਦੇ ਆ, ਕਾਰੋਬਾਰੀ ਪ੍ਰਾਈਵੇਟ ਸੈਕਟਰ ਤੇ ਕੰਮ ਕਰ ਰਹੇ ਹੁੰਦੇ ਆ, ਤੇ ਉਹਦੇ ਵਿੱਚੋਂ ਹੀ ਪੈਸੇ ਕਮਾ ਕੇ ਇਹ ਪੈਸੇ ਲੋਕਾਂ ਨੂੰ ਦਿੱਤੇ ਜਾਂਦੇ ਆ। ਪਰ ਜੋ ਪੈਸੇ ਡੁੱਬ ਜਾਣ, ਤੇ ਜ਼ਰੂਰੀ ਨਹੀਂ ਕਿ ਤੁਹਾਡੇ ਵੀ ਡੁੱਬ ਜਾਣ, ਇਹ ਭਾਰ ਸਰਕਾਰਾਂ ਤੇ ਆਉਂਦਾ, ਤੇ ਇਹ ਸਰਕਾਰਾਂ ਦਾ ਭਾਰ ਫਿਰ ਤੁਹਾਡੇ ਤੇ ਆਉਂਦਾ। ਇਹ ਗੇਮ ਹੈ, ਇਹ ਸਾਈਕਲ ਹੈ, ਇਹ ਘੁੰਮਦਾ ਰਹਿੰਦਾ ਹੈ, ਇਦਾਂ ਹੀ ਚੱਕਰ। ਪਰ ਵੈਸੇ ਇੰਦਰਪ੍ਰੀਤ ਜੀ, ਮੈਨੂੰ ਲੱਗਦਾ ਹੈ ਵੀ ਇੱਥੇ ਕੋਈ ਇੱਕ ਅੱਧੀ ਗੱਲ ਜੇ ਤੁਸੀਂ ਕਰਨੀ ਹੋਈ ਜ਼ਰੂਰ ਕਰ ਲਿਓ, ਪਰ ਨਾਲ ਦੀ ਨਾਲ ਸਲਾਬਤਪੁਰੇ ਵਾਲੀ ਗੱਲ ਜ਼ਰੂਰ ਤੋਰ ਦਿਓ ਕਿ ਸਿਆਸਤ ਕਿਵੇਂ ਇੱਕ ਸਾਧ ਨੂੰ ਪੈਰੋਲ ਦਿੰਦੀ ਆ, ਫਿਰ ਉਹ ਬਾਹਰ ਆ ਕੇ ਫਿਰ ਉਵੇਂ ਦੇ ਸਤਸੰਗ ਬਾਕੀ ਚੀਜ਼ਾਂ 'ਚ ਸ਼ਾਮਲ ਹੁੰਦਾ ਹੈ। ਫਿਰ ਪੰਜਾਬ ਦੇ ਵਿੱਚ, ਹਰਿਆਣੇ ਜਾਂ ਯੂਪੀ ਦੇ ਵਿੱਚ ਬੈਠੇ ਉਸ ਸਾਧ ਕਾਰਨ ਤਣਾਅ ਪੈਦਾ ਹੁੰਦਾ। ਫਿਰ ਸਾਨੂੰ 2015 2008 ਉਹ ਸਾਰੀਆਂ ਚੀਜ਼ਾਂ ਫਿਰ ਯਾਦ ਆਉਂਦੀਆਂ, ਚੇਤਿਆਂ 'ਚ ਆਉਂਦੀਆਂ। ਇਹ ਸਿਆਸਤ ਨਹੀਂ ਤੇ ਕੀ ਆ? ਇਹ ਸਾਰਾ ਸਵਾਲ ਵੀ ਖੜਾ ਹੋ ਜਾਂਦਾ। ਮੈਨੂੰ ਜੋ ਲੱਗ ਰਿਹਾ, ਇਹ ਸਾਰਾ, ਮੈਂ ਇਹਨੂੰ ਇੱਕ ਹੋਰ ਨਜ਼ਰੀਏ ਤੋਂ ਦੇਖ ਰਿਹਾ। ਮੈਨੂੰ ਲੱਗਦਾ ਕਿ ਇਹ ਸਾਰਾ ਪੋਲਰਾਈਜੇਸ਼ਨ ਵੱਲ ਵਧਾਉਣ ਵਾਲੇ ਪਾਸੇ ਨੂੰ ਅਸੀਂ ਕੰਮ ਕਰ ਰਹੇ ਹਾਂ। ਤੁਹਾਨੂੰ ਦੇਖ ਧਿਆਨ ਹੋਊਗਾ ਕਿ ਪਿਛਲੇ 2 ਇਲੈਕਸ਼ਨਾਂ ਤੋਂ, 2 ਜਾਂ 3 ਇਲੈਕਸ਼ਨਾਂ ਤੋਂ ਲਗਾਤਾਰ ਡੇਰਾ ਸੱਚਾ ਸੌਦਾ ਜਿਹਦਾ ਮਾਲਵੇ ਦੇ ਵਿੱਚ ਕਾਫੀ ਆਧਾਰ ਹੈਗਾ ਔਰ ਹਰਿਆਣਾ ਦੇ ਵਿੱਚ ਵੀ ਕਾਫੀ ਆਧਾਰ ਹੈਗਾ, ਉਹ ਲਗਾਤਾਰ ਬੀਜੇਪੀ ਨੂੰ ਸਪੋਰਟ ਤਾਂ ਕਰ ਹੀ ਰਿਹਾ, ਓਪਨਲੀ ਸਪੋਰਟ ਕਰ ਰਿਹਾ ਹੈ। ਤਾਂ ਮੈਨੂੰ ਇਹ ਲੱਗਦਾ ਵੀ ਕਿਉਂਕਿ ਜਦੋਂ ਬੀਜੇਪੀ ਹੁਣ ਅਕਾਲੀ ਦਲ ਨਾਲ ਤੋੜ ਵਿਛੋੜਾ ਕਰ ਚੁੱਕੀ ਹੈ ਔਰ ਉਹਨਾਂ ਨੇ 2024 ਚ ਇਕੱਲਿਆਂ ਜਾਣਾ ਹੈ ਉਹਦੇ ਵਿੱਚ ਇਲੈਕਸ਼ਨ ਦੇ ਵਿੱਚ, ਜਾਂ 2000 ਉਹਨਾਂ ਨੂੰ 27 ਵੀ ਦਿਖ ਰਿਹਾ ਅੱਗੇ ਵੀ ਅਸੀਂ 27 ਦੇ ਵਿੱਚ ਵੀ ਜਾਣਾ ਹੈ, ਇਕੱਲਿਆਂ ਹੀ ਜਾਣਾ ਹੈ। ਤਾਂ ਮੈਨੂੰ ਲੱਗਦਾ ਕਿ ਉਹ ਹਜੇ ਤੋਂ ਹੀ ਉਹਦੀ ਤਿਆਰੀਆਂ ਦੇ ਰੂਪ ਦੇ ਵਿੱਚ ਇਹ ਕੰਮ ਕਰ ਰਹੀ ਹੈ। ਔਰ ਜਿਸ ਤਰ੍ਹਾਂ 10-10 15-15 ਦਿਨ ਜੇਲ੍ਹ ਲਗਾਓ ਤੇ ਉਸ ਤੋਂ ਬਾਅਦ 40-40 ਦਿਨ ਦੀ ਤੁਸੀਂ ਬੇਲ ਦੇ ਦਿਓ, ਮੈਨੂੰ ਲੱਗਦਾ ਕਿ ਇਹ ਕੋਈ ਬਹੁਤਾ ਠੀਕ ਨਹੀਂ, ਮਤਲਬ ਦੇਖਣ 'ਚ ਵੀ ਠੀਕ ਨਹੀਂ ਲੱਗ ਰਿਹਾ। ਤੁਸੀਂ ਦੇਖੋ ਵੀ ਅਲਟੀਮੇਟਲੀ ਫਿਰ ਇਹ ਤੁਸੀਂ ਇਕੱਲੇ ਇੱਕ ਬੰਦੇ ਲਈ ਕਿਉਂ ਕਰ ਰਹੇ ਹੋ? ਇੱਕ ਬੰਦੇ ਉੱਤੇ ਬਲਾਤਕਾਰ ਦਾ ਵੀ ਕੇਸ ਹੈ, ਕਤਲ ਦਾ ਵੀ ਕੇਸ ਹੈ, ਬੇਦਬੀ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਲੈ ਕੇ ਵੀ ਉਹ ਕਟਗਰੇ 'ਚ ਨੇ। ਤਾਂ ਇਹ ਸਾਰੇ ਵਿੱਚ ਦਾ ਜਿਹੜਾ ਇੱਕ ਬੰਦੇ ਦੇ, ਜਿਹਨੂੰ ਆਪਾਂ ਕਹਿੰਦੇ ਵੀ ਪਿਨ ਪੁਆਇੰਟ ਕੀਤਾ ਹੋਇਆ, ਉਸ ਬੰਦੇ ਨੂੰ ਤਾਂ ਤੁਸੀਂ 40-40 ਦਿਨ ਦੀ, 10-10 15-15 ਦਿਨ ਦੀ ਜੇਲ੍ਹ ਤੋਂ ਬਾਅਦ ਬੇਲ ਦੇ ਦਿੰਦੇ ਹੋ। ਔਰ ਦੂਸਰੇ ਪਾਸੇ ਕਿੰਨੇ ਲੋਕ ਹੋਰ ਨੇ, ਮੈਂ ਕੱਲੇ ਬੰਦੀ ਸਿੰਘਾਂ ਦੀ ਵੀ ਗੱਲ ਵੀ ਛੋੜਦਾ, ਤਾਂ ਹੋਰ ਜਿਹੜੇ ਬਹੁਤ ਸਾਰੇ ਹੋਰ ਕੇਸਾਂ ਦੇ ਵਿੱਚ ਵੀ ਹੈਗੇ ਨੇ, ਉਹਨਾਂ ਨੂੰ ਆਪਾਂ ਕਿੰਨੀ ਕੁ ਬੇਲ ਇਸ ਤਰ੍ਹਾਂ ਦਿੰਦੇ ਆ? ਇਹ ਮੈਨੂੰ ਲੱਗਦਾ ਕਿ ਸੋਚਣ ਵਾਲੀ ਗੱਲ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਛੋਟਾ ਖੇਲ ਨਹੀਂ ਹੈ, ਇਹ ਖੇਲ ਵੱਡਾ ਹੈ ਔਰ ਇਹ ਪੋਲਰਾਈਜੇਸ਼ਨ ਪੰਜਾਬ ਦੇ ਵਿੱਚ ਕਰਾਈ ਜਾਣੀ ਹੈ। ਇੱਕ ਪਾਸੇ ਚਾਹੇ ਉਹ ਡੇਰੇ ਦੇ ਅਨੁਯਾਈ ਕਰ ਦੇਣ ਔਰ ਦੂਸਰੇ ਪਾਸੇ ਡੇਰੇ ਦੇ ਵਿਰੋਧੀਆਂ ਨੂੰ ਕਰ ਦੇਣ। ਤਾਂ ਮਾਲਵਾ ਦੇ ਜਿਹੜਾ ਏਰੀਆ ਹੈਗਾ, ਮੈਨੂੰ ਲੱਗਦਾ ਕਿ ਇਹ ਪੂਰਾ ਧਿਆਨ ਉਸ ਪਾਸੇ ਵੱਲ ਨੂੰ ਹੈ। ਇਹ ਕੋਈ ਛੋਟੀ ਗੇਮ ਮੈਨੂੰ ਨਹੀਂ ਲੱਗ ਰਹੀ ਹੈ। ਇਹ ਛੋਟੀ ਗੇਮ ਨਹੀਂ ਹੈ, ਕਿਉਂਕਿ ਜਦੋਂ ਬਹੁਤ ਜਗ੍ਹਾ ਦੇ ਉੱਤੇ ਮੁਕਾਬਲੇ ਬਹੁਕੋਣੀ ਹੋਣਗੇ, ਜਿਵੇਂ ਸੰਗਰੂਰ 'ਚ ਹੋਏ ਸੀ ਕਿ 5 ਧਿਰਾਂ ਲੜ ਰਹੀਆਂ ਸੀ ਖਾਸ, ਔਰ 5 ਦੇ ਵਿੱਚ ਵੋਟ ਵੀ ਵੰਡੀ ਜਾਂਦੀ ਹੈ। ਔਰ ਜਦੋਂ 24 ਦੇ ਵਿੱਚ ਇਸ ਤਰੀਕੇ ਨਾਲ ਵੋਟ ਵੰਡ ਹੋਊਗੀ ਤਾਂ ਕੋਈ ਸੰਗਠਿਤ ਵੋਟ ਪੈ ਜਾਏ, ਇਹ ਸਵਾਲ ਵੀ ਹੁੰਦਾ ਕਿ ਤੁਸੀਂ ਪ੍ਰਤੀਸ਼ਤਤਾ ਦੇ ਨਜ਼ਰੀਏ ਤੋਂ ਕਈ ਵਾਰੀ ਜਿੱਤਣ ਦੇ ਕਗਾਰ ਤੇ ਵੀ, ਕਈ ਵਾਰੀ ਜਿੱਤਣ ਦੀ ਇਸ ਤਰੀਕੇ 'ਚ ਵੀ ਆ ਜਾਂਦੇ ਹੋ। ਇਹ ਸੋਚਿਆ ਜਾਂਦਾ, ਬੜੀ ਤੈਅਸ਼ੁਦਾ ਤਰੀਕਾ ਹੁੰਦਾ। ਕਈ ਵਾਰੀ ਤੁਹਾਨੂੰ ਲੱਗਦਾ ਹੈ ਕਿ ਸ਼ਹਿਰੀ ਵੋਟ ਤਾਂ ਹੈਗੀ ਆ, ਇੱਕ ਵਪਾਰੀ ਵੋਟ ਤਾਂ ਹੈਗੀ ਆ, ਅਸੀਂ ਉਹਨਾਂ ਨੂੰ ਲਿਓਰ ਕਰ ਸਕਦੇ ਹਾਂ, ਨਾਲ ਇੱਕ ਖਾਸ ਵਰਗ ਨੂੰ ਤੁਸੀਂ ਤੋਰ ਸਕਦੇ ਹੋ। ਇਹ ਬੜਾ ਵੱਡਾ ਸੰਕਟ ਪੈ ਗਿਆ। ਅਕਾਲੀ ਦਲ ਨੂੰ ਇੱਥੇ ਵੀ ਸੰਕਟ ਹੈ ਕਿ ਉਹ ਕਿਸਾਨੀ ਤੇ ਪੰਥਕ ਵੋਟ ਜਿਹੜੀ ਧੱਕੇ ਨਾਲ ਹੀ ਦੂਜੇ ਪਾਸੇ ਨੂੰ ਆਉਣੀ ਸੀ, ਉਹਦੇ ਤੋਂ ਵੀ ਵਿਰਵੇ ਹੋ ਗਏ। ਇਹ ਵੀ ਵੋਟ ਬੜੀ ਜਗ੍ਹਾ ਵੰਡ ਹੋ ਗਈ। ਭਾਸਕਰ ਸਾਹਿਬ, ਹੁਣ ਤੁਰਿਆ ਟਾਈਮ ਤਾਂ ਬਹੁਤ ਹੋ ਗਿਆ, ਲੇਕਿਨ ਇੱਕ ਜ਼ਰੂਰ ਗੱਲ ਕਰ ਲਈਏ ਜਾਂਦੇ ਜਾਂਦੇ। ਰਾਹੁਲ ਗਾਂਧੀ ਨੇ ਕੱਲ ਇੱਕ ਦਿਨ ਪਹਿਲਾਂ ਆਪਣੀ ਯਾਤਰਾ, ਭਾਰਤ ਜੋੜੋ ਯਾਤਰਾ ਖਤਮ ਕਰਤੀ ਆ, ਉਹ ਝੰਡਾ ਚਲਾ ਕੇ ਸ਼੍ਰੀਨਗਰ ਦੇ ਵਿੱਚ। ਇਹਦੇ ਉੱਤੇ ਇੱਕ ਟਿੱਪਣੀ ਤਾਂ ਆਉਣੀ ਬਣਦੀ ਹੈ, ਮੈਨੂੰ ਲੱਗਦਾ ਇਹ ਬੜਾ ਜ਼ਰੂਰੀ ਮਾਮਲਾ ਹੈ। ਭਾਰਤ ਜੋੜੋ ਯਾਤਰਾ ਜਦ ਕਸ਼ਮੀਰ ਪਹੁੰਚੀ ਤੇ ਉਸ ਤੋਂ ਪਹਿਲੇ ਕਈ ਅਟਕਲਾਂ ਸੀ ਵੀ ਇਹਨੂੰ ਕਸ਼ਮੀਰ ਨਹੀਂ ਪਹੁੰਚਣ ਦਿੱਤਾ ਜਾਏਗਾ। ਇੱਕ ਦਿਨ ਪਹਿਲੇ ਝੰਡਾ ਫਹਿਰਾ ਕੇ ਲਾਲ ਚੌਂਕ ਤੇ ਰਾਹੁਲ ਗਾਂਧੀ ਉਹਨਾਂ ਨੇ ਆਪਣੀ ਯਾਤਰਾ ਦਾ ਮਕਸਦ ਵੀ ਉੱਥੋਂ ਰਿਵੀਲ ਕੀਤਾ ਔਰ ਕੀ ਯਾਤਰਾ ਤੋਂ ਖਟਿਆ, ਤੇ ਇਹ ਵੀ ਗੱਲ ਉਹਨਾਂ ਨੇ ਕੱਲ ਕੀਤੀ। ਹਾਲਾਂਕਿ ਉਸ ਦੌਰਾਨ ਜਦ ਯਾਤਰਾ ਅੰਤਿਮ ਦੌਰ ਦੇ ਵਿੱਚ ਸੀਗੀ, ਉਮਰ ਅਬਦੁੱਲਾ ਤੋਂ ਲੈ ਕੇ ਮੁਫਤੀ ਮਹਿਬੂਬਾ ਮੁਫਤੀ, ਉਹ ਵੀ ਆਪਣੀ ਬੇਟੀ ਨਾਲ ਉੱਥੇ ਸ਼ਾਮਿਲ ਹੋਈ। ਆਰਟੀਕਲ 370 ਦੇ ਉੱਤੇ ਜਦ ਕੱਲ ਰਾਹੁਲ ਗਾਂਧੀ ਉਹਨਾਂ ਪ੍ਰੈਸ ਕਾਨਫਰੰਸ ਕਰ ਰਹੇ ਸੀ, ਪੁੱਛਿਆ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਆਪਣੀ ਸਥਿਤੀ ਸਪਸ਼ਟ ਕਰ ਚੁੱਕੇ ਹਾਂ, ਤੁਸੀਂ ਦੇਖ ਲਓ, ਅਸੀਂ ਤੁਹਾਨੂੰ ਉਹ ਡਾਕੂਮੈਂਟ ਭੇਜ ਦਾਂਗੇ ਜੋ ਅਸੀਂ ਆਪਣੀ CWC ਦੀ ਮੀਟਿੰਗ ਦੇ ਵਿੱਚ ਕਿਹਾ ਸੀਗਾ।
और बाकी नफरत के बाजार में मोहब्बत की दुकान खोलन वास्ते आया। ਇਹ ਗੱਲ ਉਹਨਾਂ ਨੇ ਕੱਲ ਵੀ ਕੀਤੀ। ਹੁਣ ਇਹ ਗੱਲ ਯਾਤਰਾ ਤੋਂ ਕਿੰਨਾ ਕੁ ਫਾਇਦਾ ਹੋਇਆ, ਕਿੰਨਾ ਕੁ ਨੁਕਸਾਨ ਹੋਇਆ, ਇਹ ਤਾਂ ਨਹੀਂ ਪਤਾ, ਪਰ ਹਾਂ ਇਸ ਯਾਤਰਾ ਤੋਂ ਬਾਅਦ ਅਗਲੀ ਈਸਟ ਟੂ ਵੈਸਟ ਯਾਤਰਾ ਦੀ ਗੱਲਾਂ ਵੀ ਕੱਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹੋਈਆਂ, ਜਿਹਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਹਜੇ ਅਸੀਂ ਨਹੀਂ ਸੋਚਿਆ ਕਿ ਵੀ ਉਹ ਕਦੋਂ ਸ਼ੁਰੂ ਕਰਾਂਗੇ, ਲੇਕਿਨ ਜਲਦੀ ਦੱਸਾਂਗੇ। ਲੇਕਿਨ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ, ਉਹਨਾਂ ਹਾਲਾਤਾਂ ਦਾ ਜ਼ਿਕਰ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਰੂਰ ਕੀਤਾ। ਇੱਥੇ ਤੱਕ ਕਿ ਅਮਿਤ ਸ਼ਾਹ ਉਹਨਾਂ ਨੂੰ ਚੈਲੰਜ ਤੱਕ ਕੀਤਾ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਕਸ਼ਮੀਰ ਦੇ ਵਿੱਚ ਸ਼ਾਂਤੀ ਬਹਾਲ ਹੋ ਚੁੱਕੀ ਹੈ, ਉਹ ਵੀ ਖਾਸ ਕਰਕੇ ਆਰਟੀਕਲ 370 ਤੋਂ ਹਟਾਏ ਜਾਣ ਤੋਂ ਬਾਅਦ, ਤੇ ਕਰੋ ਫਿਰ ਯਾਤਰਾ ਜੰਮੂ ਟੂ ਕਸ਼ਮੀਰ ਜਾਂ ਕਸ਼ਮੀਰ ਟੂ ਜੰਮੂ ਕਰਕੇ ਦਿਖਾਓ। ਚਲੋ ਇਹ ਤੇ ਪੋਲੀਟੀਕਲ ਚੈਲੰਜ ਨੇ। ਅੱਜ ਕਾਂਗਰਸ ਦੇ ਸ਼੍ਰੀਨਗਰ ਦੇ ਦਫ਼ਤਰ ਦੇ ਵਿੱਚ ਵੀ ਉਹ ਝੰਡਾ ਫਹਿਰਾਣਗੇ, ਉੱਥੇ ਇੱਕ ਪੋਲੀਟੀਕਲ ਪ੍ਰੋਗਰਾਮ ਵੀ ਹੈਗਾ, ਰੈਲੀ ਵੀ ਹੈਗੀ ਹੈ। ਉਸ ਰੈਲੀ ਦੇ ਵਿੱਚ ਕਿਹੜੇ ਆਪੋਜੀਸ਼ਨ ਲੀਡਰ ਉਸ ਰੈਲੀ ਦੇ ਵਿੱਚ ਸਟੇਜ ਦੇ ਉੱਤੇ ਨਜ਼ਰ ਆਉਂਦੇ ਨੇ, ਇਹ ਵੀ ਇੱਕ ਬੜਾ ਇੱਕ ਇੰਪੋਰਟੈਂਟ ਸਵਾਲ 2024 ਜਦ ਲੋਕ ਸਭਾ ਇਲੈਕਸ਼ਨ ਹੈਗੇ ਨੇ ਉਸ ਤੋਂ ਪਹਿਲੇ ਦੀ ਕਿੱਦਾਂ ਦੀ ਸਟੇਜ ਸਜਦੀ ਹੈ, ਇਹ ਵੀ ਇੱਕ ਪੋਲੀਟੀਕਲ ਨਜ਼ਰੀਏ ਦੇ ਰਾਹੀਂ ਦੇਖਣ ਵਾਲੀ ਗੱਲ ਹੈਗੀ। ਇੰਦਰਪ੍ਰੀਤ ਜੀ, ਲਾਸਟ ਗੱਲ ਜ਼ਰੂਰ ਐਡਰੈਸ ਕਰ ਦਿਓ ਇਹਦੇ ਵਿੱਚ ਕਿ ਉਹਨਾਂ ਨੇ ਖੇਤਰੀ ਪਾਰਟੀਆਂ ਲਈ ਵੀ ਕੁਝ ਗੱਲਾਂ ਕੀਤੀਆਂ ਨੇ। ਰਾਹੁਲ ਗਾਂਧੀ ਨੇ ਕਿਹਾ ਕਿ ਭਾਵੇਂ ਅਜੇ ਖੇਤਰੀ ਪਾਰਟੀਆਂ ਇਕੱਠੀਆਂ ਚੱਲਣ ਦੀ ਸਥਿਤੀ 'ਚ ਨਹੀਂ, ਇਹਨਾਂ ਦੇ ਆਪਸੀ ਵਿਰੋਧ ਵੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਮੰਚ ਪ੍ਰੋਪਰ ਬਣ ਜਾਊਗਾ। ਵੈਸੇ ਤੁਹਾਨੂੰ ਲੱਗਦਾ ਹੈ ਕਿ ਇਹਦੇ 'ਚੋਂ ਖੱਟਣ ਗਿਆ ਸੀ ਕੀ ਖੱਟ ਕੇ ਲਿਆਂਦਾ ਵਾਲੀ ਗੱਲ ਹੈਗੀ ਆ, ਇੱਕ ਬੈਨੀਫਿਟ ਦਿਖਦਾ ਤਾਂ ਹੈ ਉਹਨਾਂ ਨੂੰ ਜਾਂਦਾ, ਔਰ ਭਾਰਤੀ ਜਨਤਾ ਪਾਰਟੀ ਬੈਕਫੁੱਟ ਤੇ ਵੀ ਲੱਗਦੀ ਹੈ ਔਰ ਕਈ ਥਾਵਾਂ ਤੇ ਉਹ ਹੁਣ ਅਗਰੈਸਿਵ ਵੀ ਹੋਈ ਹੈ ਕਿ ਸਾਨੂੰ 24 ਤੋਂ ਪਹਿਲਾਂ ਕੁਝ ਨਾ ਕੁਝ ਤਾਂ ਕਰਨਾ ਪਊਗਾ। ਜੀ ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਇਹ ਗੱਲ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਬੀਜੇਪੀ ਦੇ ਵਿੱਚ ਦੀਆਂ ਸਫਾਂ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਕੋਈ ਤਰਥੱਲੀ ਨਹੀਂ ਮਚੀ ਹੋਈ, ਉਹਨਾਂ 'ਚ ਹੈ। ਔਰ ਖਾਸ ਤੌਰ ਤੇ ਜਿਹੜੀ ਰੀਜਨਲ ਪਾਰਟੀਜ਼ ਨੂੰ ਉਹਨਾਂ ਨੇ ਕਿਹਾ ਹੈ, ਦੇਖੋ ਹਰ ਸਟੇਟ ਦੇ ਵਿੱਚ ਰੀਜਨਲ ਪਾਰਟੀ ਦੀ ਇੱਕ ਅਲੱਗ ਲੜਾਈ ਹੈ ਦੂਜੀ ਉਹਦੀ ਸੈਂਟਰਲ ਲੀਡਰਸ਼ਿਪ ਨਾਲ, ਤੇ ਉਹ ਇਕੱਠੀਆਂ ਚੱਲਣਾ ਉਹਨਾਂ ਲਈ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਵਿਦਿਨ ਸਟੇਟ ਵੀ ਉਹਨਾਂ ਦੀ ਲੜਾਈ ਹੈਗੀ ਹੈ, ਫਿਰ ਸੈਂਟਰ ਨਾਲ ਵੀ ਉਹਨਾਂ ਦੀ ਲੜਾਈ ਹੈਗੀ ਹੈ। ਤਾਂ ਉਸ ਦੇ ਵਿੱਚ ਕਿੰਨੀਆਂ ਕੁ ਪਾਰਟੀਆਂ ਕਾਂਗਰਸ ਨਾਲ ਖੜਨਗੀਆਂ ਆ ਕੇ, ਇਹ ਇੱਕ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਬੀਜੇਪੀ ਨੇ ਵੀ ਨਹੀਂ ਸਟਾਰਟ ਇਸੇ ਤਰ੍ਹਾਂ ਹੀ ਕੀਤਾ ਸੀਗਾ। ਜੇ ਤੁਹਾਨੂੰ ਯਾਦ ਹੋਊਗਾ ਜਿਹੜਾ 96 ਤੋਂ ਜਦੋਂ ਵਾਜਪਾਈ ਸਾਹਿਬ ਨੇ ਇਕੱਠੀਆਂ ਕੀਤੀਆਂ ਸੀ ਰੀਜਨਲ ਪਾਰਟੀਆਂ, ਤਾਂ 13 ਦਿਨ ਦੀ ਪਹਿਲਾਂ, ਫਿਰ 13 ਮਹੀਨੇ ਦੀ, ਫਿਰ 4.5 ਸਾਲ ਉਹਨਾਂ ਨੇ ਜਿਹੜੀਆਂ ਸਰਕਾਰਾਂ ਚਲਾਈਆਂ ਸੀ ਉਹ ਵੀ ਇਸੇ ਤਰ੍ਹਾਂ ਦਾ ਹੀ ਗੱਠਜੋੜਾਂ ਨਾਲ ਹੀ ਚਲਾਇਆ ਸੀ। ਰੀਜਨਲ ਪਾਰਟੀਆਂ ਨੂੰ ਹੀ ਲੈ ਕੇ ਉਹਨਾਂ ਨੇ ਇੱਕ ਆਪਣਾ ਬਣਾਇਆ ਸੀ। ਰੀਜਨਲ ਪਾਰਟੀਆਂ ਦਾ ਆਪਣਾ ਇੱਕ ਮਹੱਤਵ ਹੈ ਔਰ ਮੈਨੂੰ ਲੱਗਦਾ ਕਿ ਹੋਣਾ ਵੀ ਚਾਹੀਦਾ, ਖਾਸ ਤੌਰ ਤੇ ਜਦੋਂ ਭਾਰਤ ਵਰਗਾ ਜਿਹੜਾ ਬਹੁ ਪੱਖੀ ਕੰਟਰੀ ਹੈਗਾ ਉਹਦੇ ਵਿੱਚ ਤਾਂ ਇਹ ਹੋਣਾ ਵੀ ਚਾਹੀਦਾ। ਤੇ ਇਸ ਔਰ ਜਿਹੜੀਆਂ ਇਹ ਪਾਰਟੀਆਂ ਨੇ, ਖਾਸ ਤੌਰ ਤੇ ਬੀਜੇਪੀ ਹੈ ਜਾਂ ਕਾਂਗਰਸ ਹੈ, ਇਹ ਹਮੇਸ਼ਾ ਤੋਂ ਇਸ ਤਰ੍ਹਾਂ ਦੀ ਪੋਲਿਟਿਕਸ ਕਰਦੀਆਂ ਆਈਆਂ ਨੇ ਕਿ ਸੈਂਟਰ ਮਜ਼ਬੂਤ ਹੋਏ। ਤਾਂ ਔਰ ਜਦ ਕਿ ਮੈਨੂੰ ਲੱਗਦਾ ਕਿ ਜਿਹੜੇ ਇੰਡੀਆ ਹੈਗਾ ਉਹਦੇ ਵਿੱਚ ਮੈਨੂੰ ਲੱਗਦਾ ਕਿ ਰੀਜਨਲ ਪਾਰਟੀਆਂ ਦਾ ਮਜ਼ਬੂਤ ਹੋਣਾ ਜ਼ਿਆਦਾ ਜ਼ਰੂਰੀ ਹੈ। ਤਾਂ ਔਰ ਰੀਜਨਲ ਪਾਰਟੀਆਂ ਦਾ ਮਜ਼ਬੂਤ ਹੋ ਕੇ ਇੱਕ ਸੈਂਟਰ ਦੇ ਵਿੱਚ, ਚਾਹੇ ਉਹ ਬੀਜੇਪੀ ਨੂੰ ਸਪੋਰਟ ਕਰਨ, ਚਾਹੇ ਉਹ ਕਾਂਗਰਸ ਨੂੰ ਸਪੋਰਟ ਕਰਨ, ਉਹ ਉਸ ਤਰ੍ਹਾਂ ਦਾ ਇੱਕ ਧੜਾ ਜ਼ਰੂਰ ਬਣਨਾ ਚਾਹੀਦਾ ਹੈਗਾ। ਔਰ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਇਸ ਲਈ ਕਾਮਯਾਬ ਤਾਂ ਹੋਏ ਹੈ, ਪਰ ਹਜੇ ਤੱਕ ਉਹ ਜਿਵੇਂ ਕਹਿੰਦੇ ਨੇ ਕਿ ਮੋਦੀ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਵੇਵ ਨਹੀਂ ਬਣੀ ਹੈ ਪੂਰੇ ਇੰਡੀਆ ਦੇ ਵਿੱਚ ਕਿ ਉਹਨੂੰ ਲੋਕ ਲਾ ਕੇ ਸਿੱਟ ਦੇਣ। ਮਤਲਬ ਉਹ ਉਹਨਾਂ ਦਾ ਪੱਖ ਵੀ ਉਨਾ ਹੀ ਹਜੇ ਮਜ਼ਬੂਤੀ ਨਾਲ ਖੜਾ ਹੋਇਆ। ਸੋ ਹੁਣ ਇਹ ਜਦੋਂ ਇਲੈਕਸ਼ਨਸ ਦੇ ਵਿੱਚ ਜਾਵਾਂਗੇ ਤਾਂ ਉਦੋਂ ਇਹੀ ਹੋਊਗਾ ਕਿ ਕਿਹੜਾ ਪੱਖ ਕਿੰਨੀ ਮਜ਼ਬੂਤੀ ਨਾਲ ਖੜਾ ਹੈ। ਜੇ ਅਸੀਂ ਵਿਪਕਸ਼ ਨੂੰ ਬਹੁਤ ਸਾਰੇ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਕਈ ਹਿੱਸਿਆਂ 'ਚ ਵੰਡ ਦਈਏ, ਤਾਂ ਇੱਕ ਪਾਰਟੀ ਕੋਲ ਜਿਹਦੇ ਕੋਲ ਕਾਡਰ ਹੈਗਾ, ਅੱਛਾ ਕਾਡਰ ਹੈ, ਵੋਟ ਬੈਂਕ ਹੈ, ਔਰ ਉਹ ਜਿੱਤ ਜਾਂਦੀ ਹੈਗੀ ਹੈ, ਤੇ ਇਸੇ ਵਿਪਕਸ਼ ਨੂੰ ਮਜ਼ਬੂਤ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਉਹ ਹਰਾਉਣ ਦੇ ਵਿੱਚ ਕਾਮਯਾਬੀ ਹੋ ਜਾਂਦੀ ਹੈ। ਤੇ ਰਾਹੁਲ ਗਾਂਧੀ ਨੂੰ ਹਜੇ ਉਸੇ ਤਰ੍ਹਾਂ ਦੀ ਇੱਕ ਹੋਰ ਹਮਲਾ ਮਾਰਨ ਦੀ ਜ਼ਰੂਰਤ ਹੈਗੀ ਹੈ। ਬਿਲਕੁਲ ਠੀਕ ਹੈ, ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਕਾਂਗਰਸ ਦਾ ਖੇਤਰੀ ਪਾਰਟੀਆਂ ਨਾਲ ਵੀ ਟਕਰਾਅ ਹੋਊਗਾ ਜਦੋਂ ਇਲੈਕਸ਼ਨ ਲੜੀ ਜਾਂਦੀ ਹੈ, ਤੇ ਉਦੋਂ ਇੱਕ ਫੈਕਟਰ ਨਹੀਂ ਹੁੰਦਾ, ਕਿਉਂਕਿ ਜਿੱਥੋਂ ਕਾਂਗਰਸ ਨੇ ਸੀਟਾਂ ਲੈ ਕੇ ਆਉਣੀਆਂ ਉੱਥੋਂ ਹੀ ਖੇਤਰੀ ਪਾਰਟੀਆਂ ਨੇ ਆਪਣੀ ਹੋਂਦ ਦੇ ਸਵਾਲ ਤੇ ਲੜਨਾ ਹੈ। ਭਾਵੇਂ ਯੂਪੀ ਹੈ, ਬਿਹਾਰ ਹੈ, ਇਹ ਵੱਡੇ ਸੂਬੇ ਆ, ਔਰ ਇਸੇ ਤਰੀਕੇ ਨਾਲ ਹੁਣ ਤਾਂ ਉਹਨਾਂ ਰਾਜਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਾਂਗਰਸ ਦਾ ਪਰਚਮ ਬੁਲੰਦ ਹੈ, ਉੱਥੇ ਵੀ ਖੇਤਰੀ ਪਾਰਟੀਆਂ ਕਾਫੀ ਅਹਿਮ ਹੋ ਰਹੀਆਂ। ਸੋ ਇਹ ਸੰਕਟ ਬਹੁਤ ਵੱਡੇ ਆ।
ਤੁਹਾਨੂੰ ਆਪਣੀ ਨੀਤੀ ਤੇ ਜ਼ੋਰ ਦੇਣਾ ਪਊਗਾ ਔਰ ਤੁਹਾਨੂੰ ਆਪਣੇ ਵਰਕਰਸ ਦੇ ਵਿੱਚ ਜਾਨ ਪਾਉਣੀ ਪਊਗੀ ਕਿ ਉਹ ਲੜਨ ਦੇ ਸਮਰੱਥ ਹੋ ਸਕਣ। ਬੀਜੇਪੀ ਨੇ ਜਿਸ ਤਰੀਕੇ ਦਾ ਔਰਾ ਸੈੱਟ ਕਰ ਲਿਆ, ਜਿਸ ਤਰ੍ਹਾਂ ਦਾ ਬਣਾ ਲਿਆ, ਉਹਨੂੰ ਫਿਲਹਾਲ ਚੁਣੌਤੀ ਦੇਣ ਲਈ ਤੁਹਾਨੂੰ ਉਸ ਤੋਂ ਵੱਡੀ ਲਾਈਨ ਖਿੱਚਣੀ ਹੋਊਗੀ। ਰਾਹੁਲ ਗਾਂਧੀ ਸਮਰੱਥ ਹੁੰਦੇ ਆ ਕਿ ਨਹੀਂ, ਇਹ ਬੜਾ ਨੀਝ ਲਾ ਕੇ ਦੇਖਣ ਵਾਲਾ ਸਵਾਲ ਹੈ ਤੇ ਦੇਖਦੇ ਰਵਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।